हाँ जी, स्वागत है जी तुहाडा सारिਆਂ ਦਾ ਸਾਡੇ YouTube चैनल एग्जाम स्टडी विद जॉब अलर्ट ਤੇ। सो मास्टर केडर हिस्टरी इंडियन हिस्टरी स्टार्ट की हुई है। अगले भाग के अगले नवे प्रश्न उत्तर लैके आए हैं। सो चैनल पर पहली बार विजिट कर रहे हैं तो चैनल को सबसक्राइब तो बैल आइकन नाल ते प्रेस जरूर कर लियो ਤਾਂ ਤੁਹਾਨੂੰ डेली क्लास की अपडेट समय सिर मिलती रहे। ਅਤੇ ਜਿਨ੍ਹਾਂ ਨੇ ਹਾਲੇ ਤੱਕ ਪਹਿਲਾਂ ਵਾਲੇ ਭਾਗ ਰੀਡ ਨਹੀਂ ਕੀਤੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਪਹਿਲਾਂ ਵਾਲੇ ਭਾਗ ਜਿਹੜੇ ਰੀਡ ਕਰ ਸਕਦੇ ਹੋ। ਸੋ ਇਹ ਅਗਲਾ 8ਵਾਂ ਭਾਗ ਤੁਹਾਡੇ ਲਈ ਲੈ ਕੇ ਆਏ ਹਾਂ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਅਗਲੇ ਪ੍ਰਸ਼ਨ ਤੋਂ ਸਟਾਰਟ ਕਰਾਂਗੇ। ਜੈਨ ਮਤਾਵਲੰਬੀਆਂ ਨੇ ਕਿਸ ਆਮ ਬੋਲਚਾਲ ਦੀ ਭਾਸ਼ਾ ਨੂੰ ਅਪਣਾਇਆ ਸੀਗਾ? ਜੋ ਜੈਨੀ ਹੋਏ ਸੀਗੇ ਤਾਂ ਇਹਨਾਂ ਨੇ ਅਪਣਾਇਆ ਸੀਗਾ ਜੀ ਪ੍ਰਾਕਿਰਤ ਆਮ ਬੋਲਚਾਲ ਦੀ ਭਾਸ਼ਾ ਨੂੰ ਜਿਹੜਾ ਅਪਣਾਇਆ ਗਿਆ ਸੀਗਾ। ਸਰਵਪ੍ਰਥਮ ਯਾਨੀ ਕਿ ਸਭ ਤੋਂ ਪਹਿਲਾਂ ਕਿਸ ਸ਼ਾਸਕ ਦੁਆਰਾ ਚਲਾਏ ਗਏ ਸਿੱਕਿਆਂ 'ਤੇ ਬੁੱਧ ਦੀ ਮੂਰਤੀ ਦੇ ਬਣੇ ਹੋਣ ਦੇ ਸੰਕੇਤ ਹੈ ਜਿਹੜੇ ਉਹ ਮਿਲਦੇ ਨੇ? ਤਾਂ ਇਹ ਮਿਲਦੇ ਨੇ ਜੀ ਕਨਿਸ਼ਕ ਦੇ ਦੁਆਰਾ। ਸਭ ਤੋਂ ਪਹਿਲਾਂ ਜਿਹੜਾ ਰਾਜਾ ਕਨਿਸ਼ਕ ਹੋਏਗਾ ਤਾਂ ਇਸ ਦੁਆਰਾ ਜੋ ਸਿੱਕੇ ਚਲਾਏ ਗਏ ਸੀਗੇ ਤਾਂ ਇਸ 'ਤੇ ਮਹਾਤਮਾ ਬੁੱਧ ਹੋਏ ਨੇ। ਜੋ ਬੁੱਧ ਦੀ ਮੂਰਤੀ ਦੇ ਬਣੇ ਹੋਏ ਸੰਕੇਤ ਹੈ ਜਿਹੜੇ ਉਹ ਮਿਲਦੇ ਨੇ। ਅਗਲਾ ਪ੍ਰਸ਼ਨ ਹੈ ਮਹਾਜਨਪਦ ਪਦਾਂ ਵਿੱਚ ਕਿਸ ਮਹਾਜਨਪਦ ਦੀ ਰਾਜਧਾਨੀ ਦਾ ਨਾਂ ਸੀ ਜਿਹੜਾ ਉਹ ਗਿਰੀਵਰਜ ਸੀਗਾ? ਤਾਂ ਉਹ ਸੀਗਾ ਜੀ ਮਗਧ ਦਾ। ਅਗਲਾ ਪ੍ਰਸ਼ਨ ਹੈ ਤਾਰੀਖ-ਏ ਫਿਰੋਜ਼ ਸ਼ਾਹੀ ਦੀ ਰਚਨਾ ਕਿਸ ਨੇ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਜ਼ਿਆਉਦੀਨ ਬਰਨੀ ਨੇ। ਤਾਰੀਖ-ਏ ਫਿਰੋਜ਼ ਸ਼ਾਹੀ ਦੀ ਰਚਨਾ ਹੈ ਉਹ ਕੀਤੀ ਸੀ। ਇਸ ਦੇ ਰਚਨਾਕਾਰ ਸੀਗੇ ਅਕਬਰ ਨੇ। ਇਬਾਦਤ ਖਾਨਾ ਦੀ ਸਥਾਪਨਾ ਕਿੱਥੇ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਫਤਿਹਪੁਰ ਸੀਕਰੀ ਦੇ ਵਿੱਚ। ਅਕਬਰ ਦੇ ਦੁਆਰਾ ਇਬਾਦਤ ਖਾਨਾ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ। ਅਗਲਾ ਪ੍ਰਸ਼ਨ ਹੈ ਭਾਰਤੀ ਭਾਸ਼ਾ ਸ਼ਾਸਤਰ ਦਾ ਸਰਵਾਧਿਕ ਪ੍ਰਾਚੀਨ ਕਿਹੜਾ ਹੈ? ਤਾਂ ਇਹ ਹੈ ਜੀ ਅਸ਼ਟਾਧਿਆਈ। ਜੋ ਭਾਰਤੀ ਭਾਸ਼ਾ ਸ਼ਾਸਤਰ ਹੈ ਤਾਂ ਇਸ ਦਾ ਸਰਵਾਧਿਕ ਯਾਨੀ ਕਿ ਸਭ ਤੋਂ ਜ਼ਿਆਦਾ ਪ੍ਰਾਚੀਨ ਅਸ਼ਟਾਧਿਆਈ ਹੈ। ਅਗਲਾ ਪ੍ਰਸ਼ਨ ਹੈ ਪ੍ਰਸਿੱਧ ਇਤਿਹਾਸਕ ਪੁਸਤਕ ਮਾਲਵਿਕਾ ਅਗਨੀ ਮਿੱਤਰ ਦੇ ਰਚਨਾਕਾਰ ਕੌਣ ਹਨ? ਤਾਂ ਇਹ ਨੇ ਜੀ ਕਾਲੀਦਾਸ। ਅਗਲਾ ਪ੍ਰਸ਼ਨ ਹੈ ਦੇਵਗੜ੍ਹ ਦਾ ਦਸ਼ਾਵਤਰ ਮੰਦਰ ਕਿਸ ਕਾਲ ਦੀ ਮੰਦਰ ਕਲਾ ਦਾ ਸਰਬ ਉੱਚ ਉਦਾਹਰਨ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ? ਤਾਂ ਇਹ ਮੰਨਿਆ ਜਾਂਦਾ ਜੀ ਗੁਪਤਕਾਲੀਨ ਮੰਦਰ ਕਲਾ ਦਾ। ਜੋ ਦੇਵਗੜ੍ਹ ਦਾ ਦਸ਼ਾਵਤਾਰ ਮੰਦਰ ਹੈ ਤਾਂ ਇਹ ਗੁਪਤਕਾਲੀਨ ਮੰਦਰ ਕਲਾ ਦਾ ਸਰਵੋਤਮ ਉਦਾਹਰਨ ਹੈ ਜਿਹੜਾ ਉਹ ਮੰਨਿਆ ਜਾਂਦਾ। ਅਗਲਾ ਪ੍ਰਸ਼ਨ ਹੈ ਭਗਵਤ ਮਤ ਦੀ ਉੱਤਮ ਅਤੇ ਪ੍ਰਾਚੀਨਾ ਵਿਆਖਿਆ ਕਿਸ ਵਿੱਚ ਹੈ? ਤਾਂ ਇਹ ਕੀਤੀ ਗਈ ਹੈ ਜੀ ਭਗਵਤ ਗੀਤਾ ਦੇ ਵਿੱਚ। ਭਗਵਤ ਮਤ ਦੀ ਉੱਤਮ ਅਤੇ ਪ੍ਰਾਚੀਨ ਵਿਆਖਿਆ ਜਿਹੜੀ ਕੀਤੀ ਗਈ ਹੈ। ਦਿੱਲੀ ਦਾ ਅੰਤਿਮ ਨਵਾਬ ਹਿੰਦੂ ਨਵਾਬ ਕੌਣ ਸੀਗਾ? ਤਾਂ ਉਹ ਸੀਗਾ ਜੀ ਹੇਮੂ। ਜੋ ਦਿੱਲੀ ਦਾ ਅੰਤਿਮ ਨਵਾਬ ਅਤੇ ਹਿੰਦੂ ਨਵਾਬ ਸੀਗਾ। ਅਵਧ ਦਾ ਅੰਤਿਮ ਨਵਾਬ ਕੌਣ ਸੀਗਾ? ਤਾਂ ਇਹ ਸੀਗਾ ਜੀ ਵਾਜਿਦ ਅਲੀ ਸ਼ਾਹ। ਜੋ ਅਵਧ ਦਾ ਅੰਤਿਮ ਨਵਾਬ ਹੋਇਆ। ਅਗਲਾ ਪ੍ਰਸ਼ਨ ਹੈ ਪ੍ਰਸੇਨਜਿਤ ਕਿਸ ਮਹਾਜਨਪਦ ਦਾ ਇੱਕ ਮਸ਼ਹੂਰ ਸ਼ਾਸਕ ਸੀਗਾ? ਤਾਂ ਇਹ ਸੀਗਾ ਜੀ ਕੌਸ਼ਲ ਮਹਾਜਨਪਦ ਦਾ। ਜੋ ਪ੍ਰਸੇਨਜਿਤ ਹੋਇਆ ਤਾਂ ਇਹ ਕੌਸ਼ਲ ਮਹਾਜਨਪਦ ਦਾ ਇੱਕ ਮਸ਼ਹੂਰ ਸ਼ਾਸਕ ਹੋਇਆ ਸੀ। ਪ੍ਰਸਿੱਧ ਸ਼ਾਸਕ ਹਰਸ਼ਵਰਧਨ ਕਿਸ ਰਾਜਵੰਸ਼ ਨਾਲ ਸੰਬੰਧਿਤ ਸੀਗਾ? ਤਾਂ ਇਹ ਸੀਗਾ ਥਾਨੇਸਵਰ ਦੇ ਪ੍ਰਸਪੂਤੀ ਰਾਜਵੰਸ਼ ਨਾਲ। ਅਗਲਾ ਪ੍ਰਸ਼ਨ ਹੈ ਤੈਮੂਰਲੰਗ ਨੇ ਕਿਸ ਦਾ ਸ਼ਾਸਨਕਾਲ ਵਿੱਚ ਭਾਰਤ 'ਤੇ ਹਮਲਾ ਕੀਤਾ ਸੀਗਾ? ਕਿਸ ਦੇ ਸ਼ਾਸਨਕਾਲ ਦੇ ਦੌਰਾਨ? ਤਾਂ ਇਹ ਕੀਤਾ ਸੀਗਾ ਜੀ ਤੁਗਲਕ ਵੰਸ਼ੀ ਨਾਸਿਰੁਦੀਨ ਮਹਿਮੂਦ ਸ਼ਾਹ। ਇਸ ਦੇ ਸ਼ਾਸਨ ਦੇ ਕਾਲ ਦੌਰਾਨ ਹੈ ਜਿਹੜਾ ਤੈਮੂਰਲੰਗ ਨੇ ਭਾਰਤ 'ਤੇ ਆਪਣਾ ਹਮਲਾ ਕੀਤਾ ਸੀ। ਆਰੀਆ ਦੀ ਭਾਸ਼ਾ ਸੰਸਕ੍ਰਿਤ ਦੀ ਅਤੇ ਆਰੀਆ ਦੇ ਸਮੇਂ ਸਮਾਜ ਵਿੱਚ ਕਿਹੜੇ ਕਿਹੜੇ ਵਰਨ ਸਨ? ਤਾਂ 4 ਵਰਨ ਸਨ ਬ੍ਰਾਹਮਣ, ਖੱਤਰੀ, ਵੈਸ ਅਤੇ ਸ਼ੂਦਰ। ਮੌਰੀਆ ਸਮਰਾਟ ਅਸ਼ੋਕ ਦਾ ਰਾਜ ਅਭਿਸ਼ੇਕ ਕਿੱਥੇ ਹੋਇਆ ਸੀਗਾ? ਸੋ ਕੱਲ੍ਹ ਵੀ ਤੁਹਾਨੂੰ ਕੁਐਸਚਨ ਦੱਸਿਆ ਸੀ ਤਾਂ ਇਹ ਹੋਇਆ ਸੀਗਾ ਜੀ ਪਾਟਲੀਪੁੱਤਰ ਵਿਖੇ। ਮੌਰੀਆ ਸਮਰਾਟ ਅਸ਼ੋਕ ਹੋਏ ਨੇ। ਕਿਸ ਪ੍ਰਾਚੀਨ ਭਾਰਤੀ ਸ਼ਾਸਕ ਨੂੰ 100 ਯੁੱਧਾਂ ਦਾ ਵਿਜੇਤਾ ਜਿਹੜਾ ਉਹ ਮੰਨਿਆ ਜਾਂਦਾ ਹੈ? ਤਾਂ ਉਹ ਭਾਰਤੀ ਸ਼ਾਸਕ ਹੈ ਜੀ ਸਮੁੰਦਰਗੁਪਤ ਨੂੰ। ਅਗਲਾ ਪ੍ਰਸ਼ਨ ਹੈ ਨੂਰਜਹਾਂ ਦੀ ਸਥਾਪਤ ਕਲਾ ਦੀ ਮਹੱਤਵਪੂਰਨ ਰਚਨਾਵਾਂ ਕਿਹੜੀਆਂ ਸਨ?
ਤਾਂ ਜਹਾਂਗੀਰ ਦਾ ਮਕਬਰਾ, ਇਤਮਾਦੌਲਾ ਦਾ ਮਕਬਰਾ। ਸੋ ਇਹ ਮਹੱਤਵਪੂਰਨ ਰਚਨਾਵਾਂ ਸੀ ਨੂਰਜਹਾਂ ਦੀਆਂ ਜੋ ਸਥਾਪਤ ਕਲਾ ਸੀ। ਬੌਧ ਸ਼ਬਦਾਵਲੀ ਵਿੱਚ ਧਰਮ ਚੱਕਰ ਪਰਿਵਰਤਨ ਤੋਂ ਕੀ ਨਿਰਦੇਸ਼ਿਤ ਹੁੰਦਾ ਹੈ? ਤਾਂ ਇਹ ਹੁੰਦਾ ਜੀ ਬੁੱਧ ਦਾ ਪ੍ਰਥਮ ਉਪਦੇਸ਼। ਜੋ ਬੌਧ ਸ਼ਬਦਾਵਲੀ ਹੈ ਤਾਂ ਇਹਦੇ ਵਿੱਚ ਧਰਮ ਚੱਕਰ ਪਰਿਵਰਤਨ ਤੋਂ ਜਿਹੜਾ ਬੁੱਧ ਧਰਮ ਦਾ ਪ੍ਰਥਮ ਉਪਦੇਸ਼ ਹੈ ਜਿਹੜਾ ਉਹ ਨਿਰਦੇਸ਼ਿਤ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਸੰਪੂਰਨ ਵੈਦਿਕ ਸਾਹਿਤ ਨੂੰ 4 ਸ਼੍ਰੇਣੀਆਂ ਵਿੱਚ ਵਿਭਾਜਿਤ ਕੀਤਾ ਜਾ ਸਕਦਾ ਹੈ ਜੋ ਉਸ ਦੀ ਰਚਨਾ ਦੇ 4 ਚਰਨ ਹੈ ਜਿਹੜੇ ਮੰਨੇ ਜਾਂਦੇ ਨੇ। ਇਹ ਸ਼੍ਰੇਣੀਆਂ ਕਿਹੜੀਆਂ ਨੇ, ਕਿਹੜੇ ਉਹ 4 ਚਰਨ ਨੇ? ਜਿਹਦੇ ਵਿੱਚ ਹੈ ਸੰਹਿਤਾ, ਬ੍ਰਾਹਮਣ, ਆਰਣਕ ਅਤੇ ਉਪਨਿਸ਼ਦ। ਇਹ 4 ਚਰਨ ਹੈ ਜਿਹੜੇ ਇਹ ਮੰਨੇ ਗਏ ਨੇ। ਸੰਪੂਰਕ ਵੈਦਿਕ ਸਾਹਿਤ ਨੂੰ 4 ਸ਼੍ਰੇਣੀਆਂ ਦੇ ਜਿਹੜਾ ਵਿਭਾਜਿਤ ਹੈ ਕੀਤਾ ਜਾ ਸਕਦਾ ਹੈ। ਰਿਗਵੇਦ ਵਿੱਚ ਸਰਵੈਦਿਕ ਸੂਕਤ ਕਿਹਨਾਂ 2 ਦੇਵਾਂ ਨੂੰ ਜਿਹੜਾ ਸੰਬੋਧਿਤ ਹੈ? ਤਾਂ ਹੈ ਜੀ ਇੰਦਰ ਅਤੇ ਅਗਨੀ ਨੂੰ ਇਹ ਸੰਬੋਧਿਤ ਹੈ। ਰਿਗਵੇਦ ਵਿੱਚ ਜੋ ਸਰਵੈਦਿਕ ਸੂਕਤ ਨੇ। ਸੰਸਾਰਕ ਦੁੱਖਾਂ ਤੋਂ ਮੁਕਤੀ ਹੇਤੂ ਬੁੱਧ ਨੇ ਕਿਸ ਮਾਰਗ ਦੀ ਗੱਲ ਕਹੀ ਸੀ? ਤਾਂ ਇਹ ਕਹੀ ਸੀ ਜੀ ਅਸ਼ਟਾਂਗਿਕ ਮਾਰਗ ਦੀ। ਤੋ ਇਹ ਮਹਾਤਮਾ ਬੁੱਧ ਜੀ ਦੁਆਰਾ ਇਹ ਗੱਲ ਕਹੀ ਸੀ ਇਸ ਮਾਰਗ ਤੇ ਚੱਲਣ ਦੀ। ਅਗਲਾ ਪ੍ਰਸ਼ਨ ਹੈ, ਕਲਾ ਦੀ ਕਿਸ ਸ਼ੈਲੀ ਨੂੰ ਗ੍ਰੀਕ ਬੌਧ ਸ਼ੈਲੀ ਦੀ ਸੰਗਿਆ ਜਿਹੜਾ ਉਹ ਦਿੱਤੀ ਜਾਂਦੀ ਹੈ? ਤਾਂ ਇਹ ਦਿੱਤੀ ਜਾਂਦੀ ਹੈ ਜੀ ਗੰਧਾਰ ਸ਼ੈਲੀ ਦੀ। ਜੋ ਕਲਾ ਦੀ ਸ਼ੈਲੀ ਹੈ ਤਾਂ ਇਸ ਨੂੰ ਗ੍ਰੀਕ ਬੌਧ ਸ਼ੈਲੀ ਦੀ ਸੰਗਿਆ ਜਿਹੜੀ ਦਿੱਤੀ ਜਾਂਦੀ ਹੈ ਉਹ ਹੈ ਗੰਧਾਰ ਸ਼ੈਲੀ। ਅਕਬਰ ਨੇ ਇਬਾਦਤਖਾਨਾ ਦੀ ਸਥਾਪਨਾ ਕਿੱਥੇ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਫਤਿਹਪੁਰ ਸੀਕਰੀ ਦੇ ਵਿੱਚ। ਕਿਸ ਮੁਗਲ ਸ਼ਾਸਕ ਦਾ ਰਾਜੇ ਅਭਿਸ਼ੇਕ 2 ਵਾਰ ਕੀਤਾ ਗਿਆ? ਤਾਂ ਉਹ ਸੀਗੇ ਜੀ ਔਰੰਗਜ਼ੇਬ। ਇਹਨਾਂ ਦਾ 2 ਵਾਰ ਹੈ ਜਿਹੜਾ ਰਾਜ ਅਭਿਸ਼ੇਕ ਹੈ ਜਿਹੜਾ ਕੀਤਾ ਗਿਆ। ਮਹਿਮੂਦ ਗਜਨਬੀ ਦੇ ਭਾਰਤੀ ਹਮਲੇ ਨੂੰ ਅਲਬਰੂਨੀ ਨੇ ਕਿਸ ਦੀ ਸੰਗਿਆ ਦਿੱਤੀ? ਤਾਂ ਇਹ ਦਿੱਤੀ ਜੀ ਲਛਮਣ ਸੈਨ ਦੀ। ਅਜਾਤ ਸ਼ਤਰੂ ਕਿਸ ਵੰਸ਼ ਦਾ ਸ਼ਾਸਕ ਸੀਗਾ? ਤਾਂ ਇਹ ਸੀਗਾ ਜੀ ਹਰੀਅੰਕ ਵੰਸ਼ ਦਾ। ਜੋ ਅਜਾਤ ਸ਼ਤਰੂ ਹੋਇਆ ਤਾਂ ਹਰੀਅੰਕ ਵੰਸ਼ ਦਾ ਸ਼ਾਸਕ ਸੀਗਾ। ਅਸਤੋਮਾ ਸਦਗਮਯ ਕਿੱਥੋਂ ਲਿਆ ਗਿਆ ਹੈ? ਤਾਂ ਇਹ ਲਿਆ ਗਿਆ ਜੀ ਰਿਗਵੇਦ ਦੇ ਵਿੱਚੋਂ। ਪੂਰਬ ਮੁਗਲ ਕਾਲ ਵਿੱਚ ਭਾਰਤ ਦੀ ਯਾਤਰਾ ਕਰਨ ਵਾਲਾ ਇਬਨ ਬਤੂਤਾ ਕਿਸ ਦੇਸ਼ ਦਾ ਨਿਵਾਸੀ ਸੀ? ਤਾਂ ਇਹ ਸੀਗਾ ਜੀ ਮੋਰੋਕੋ ਦਾ। ਸੋ ਪੂਰਬ ਮੁਗਲ ਕਾਲ ਦੇ ਵਿੱਚ ਇਸਨੇ ਭਾਰਤ ਦੀ ਯਾਤਰਾ ਜਿਹੜੀ ਕੀਤੀ ਸੀ ਇਬਨ ਬਤੂਤਾ ਨੇ। ਸੋ ਮੋਰੋਕੋ ਦਾ ਸੀਗਾ ਇਹ। ਪ੍ਰਾਚੀਨ ਭਾਰਤ ਵਿੱਚ ਲਿਖੇ ਗਏ ਸਭ ਤੋਂ ਪਹਿਲੇ ਮਹਾਕਾਵਿ ਦੇ ਲੇਖਕ ਕੌਣ ਮੰਨੇ ਜਾਂਦੇ ਨੇ? ਤਾਂ ਇਹ ਮੰਨੇ ਜਾਂਦੇ ਨੇ ਜੀ ਵਾਲਮੀਕ। ਜੋ ਪ੍ਰਾਚੀਨ ਭਾਰਤ ਦੇ ਵਿੱਚ ਸਭ ਤੋਂ ਪਹਿਲੇ ਮਹਾਕਾਵਿ ਲਿਖੇ ਗਏ ਸੀ ਤਾਂ ਇਹਦੇ ਲੇਖਕ ਜਿਹੜੇ ਵਾਲਮੀਕ ਮੰਨੇ ਜਾਂਦੇ ਨੇ। ਅਗਲਾ ਪ੍ਰਸ਼ਨ ਹੈ, ਅਬੂ ਰੈਹਾਨ ਮੁਹੰਮਦ ਕਿਸ ਇਤਿਹਾਸ ਪ੍ਰਸਿੱਧ ਲੇਖਕ ਦਾ ਵਾਸਤਵਿਕ ਨਾਂ ਹੈ? ਤਾਂ ਇਹ ਹੈ ਜੀ ਅਲਬਰੂਨੀ ਦਾ। ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਅਬੂ ਰੈਹਾਨ ਮੁਹੰਮਦ। ਤਾਂ ਬਿਲਕੁਲ ਉਸੇ ਤਰ੍ਹਾਂ ਇਹ ਪ੍ਰਾਚੀਨ ਦੇ ਨਾਮ ਦੇ ਹਿਸਾਬ ਨਾਲ ਕੁਐਸਚਨ ਪੁੱਟ ਕੀਤਾ ਗਿਆ। 1206 ਈਸਵੀ ਤੋਂ 1290 ਈਸਵੀ ਤੱਕ ਦਿੱਲੀ ਸਲਤਨਤ 'ਤੇ ਕਿਸ ਵੰਸ਼ ਦਾ ਸ਼ਾਸਕ ਰਿਹਾ ਸੀਗਾ? ਤਾਂ ਇਹ ਰਿਹਾ ਸੀਗਾ ਜੀ ਗੁਲਾਮ ਵੰਸ਼ ਦਾ। 1206 ਤੋਂ ਲੈ ਕੇ 1290 ਈਸਵੀ ਤੱਕ ਜੋ ਦਿੱਲੀ ਸਲਤਨਤ ਸੀ ਤਾਂ ਇਸ 'ਤੇ ਗੁਲਾਮ ਵੰਸ਼ ਦਾ ਜਿਹੜਾ ਸ਼ਾਸਨ ਹੈ ਜਿਹੜਾ ਰਿਹਾ ਸੀ। ਅਗਲਾ ਪ੍ਰਸ਼ਨ ਹੈ, ਨੂਰਜਹਾਂ ਨੇ ਕਿਸ ਨੂੰ ਇਤਮਾਦ ਉਦ ਦੌਲਾ ਦੀ ਉਪਾਧੀ ਹੈ ਜਿਹੜੀ ਪ੍ਰਦਾਨ ਕਰਵਾਈ ਸੀ? ਤਾਂ ਇਹ ਕਰਵਾਈ ਸੀ ਜੀ ਆਪਣੇ ਪਿਤਾ ਮਿਰਜ਼ਾ ਗਿਆਸ ਬੇਗ ਨੂੰ। ਜੋ ਨੂਰਜਹਾਂ ਨੇ ਤਾਂ ਇਹਨਾਂ ਨੇ ਇਤਮਾਦ ਉਦ ਦੌਲਾ ਦੀ ਉਪਾਧੀ ਹੈ ਜਿਹੜੀ ਆਪਣੇ ਪਿਤਾ ਨੂੰ ਪ੍ਰਦਾਨ ਕਰਵਾਈ ਸੀ। ਮਰਾਠਾ ਰਾਜ ਦੇ ਸੁਤੰਤਰ ਸ਼ਾਸਕ ਦੇ ਰੂਪ ਵਿੱਚ 1674 ਈਸਵੀ ਦੇ ਵਿੱਚ ਸ਼ਿਵਾਜੀ ਦਾ ਵਿਧੀਗਤ ਰਾਜ ਅਭਿਸ਼ੇਕ ਕਿੱਥੇ ਹੋਇਆ ਸੀ? ਤਾਂ ਇਹ ਹੋਇਆ ਸੀਗਾ ਜੀ ਰਾਏਗੜ੍ਹ ਦੇ
ਦੁਰਗ ਵਿੱਚ। ਈਅਰ ਸੀਗਾ 1674 ਅਤੇ ਮਰਾਠਾ ਰਾਜ ਦਾ ਸੁਤੰਤਰ ਸ਼ਾਸਕ ਸੀ ਜਿਹੜਾ ਸ਼ਿਵਾਜੀ। ਭਾਰਤ ਦਾ ਕਿਸ ਨੂੰ ਆਇਨਸਟੀਨ ਕਿਹਾ ਜਾਂਦਾ ਹੈ ਅਤੇ ਉਸ ਦੀ ਤੁਲਨਾ ਜਿਹੜੀ ਮਾਰਟਿਨ ਲੂਥਰ ਨਾਲ ਕੀਤੀ ਜਾਂਦੀ ਹੈ? ਤਾਂ ਇਹ ਕੀਤੀ ਜਾਂਦੀ ਹੈ ਜੀ ਨਾਗਾਰਜੁਨ ਦੀ, ਜਿਸ ਨੂੰ ਭਾਰਤ ਦਾ ਆਇਨਸਟੀਨ ਕਿਹਾ ਜਾਂਦਾ ਹੈ ਅਤੇ ਇਹਦੀ ਤੁਲਨਾ ਜਿਹੜੀ ਮਾਰਟਿਨ ਲੂਥਰ ਇਸ ਨਾਲ ਕੀਤੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਸਲਤਨਤਕਾਲੀਨ ਕਿਸ ਸ਼ਾਸਕ ਨੇ ਖਲੀਫਾ ਦੀ ਸੱਤਾ ਸਵੀਕਾਰ ਕਰਨ ਤੋਂ ਇਨਕਾਰ ਕਰਕੇ ਖੁਦ ਹੈ ਜਿਹੜਾ ਘੋਸ਼ਿਤ ਕੀਤਾ ਸੀ? ਤਾਂ ਉਹ ਸੀਗਾ ਜੀ ਮੁਬਾਰਕ ਸ਼ਾਹ ਖਿਲਜੀ, ਜਿਹਨੇ ਹੈ ਜੋ ਸਲਤਨਤ ਕਾਲੀਨ ਦਾ ਇਹ ਸ਼ਾਸਕ ਸੀਗਾ ਅਤੇ ਖਲੀਫਾ ਦੀ ਸੱਤਾ ਸਵੀਕਾਰ ਕਰਨ ਤੋਂ ਉਸਨੇ ਇਨਕਾਰ ਕਰ ਦਿੱਤਾ ਸੀਗਾ ਮੁਬਾਰਕ ਸ਼ਾਹ ਖਿਲਜੀ ਨੇ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਤੈਮੂਰ ਦੇ ਹਮਲੇ ਸਮੇਂ ਦਿੱਲੀ ਦੀ ਗੱਦੀ 'ਤੇ ਕੌਣ ਸੀ? ਤਾਂ ਉਹ ਸੀਗਾ ਜੀ ਨਸੀਰੁਦੀਨ ਮਹਿਮੂਦ ਤੁਗਲਕ। ਜਦੋਂ ਭਾਰਤ 'ਤੇ ਤੈਮੂਰ ਨੇ ਹਮਲਾ ਕੀਤਾ ਸੀ ਤਾਂ ਦਿੱਲੀ ਦੀ ਗੱਦੀ 'ਤੇ ਉਸ ਸਮੇਂ ਨਸੀਰੁਦੀਨ ਮਹਿਮੂਦ ਤੁਗਲਕ ਸੀਗਾ। ਭਾਰਤ ਵਿੱਚ ਪੂਰਨਤ ਇਸਲਾਮੀ ਪਰੰਪਰਾ ਦੇ ਆਧਾਰ 'ਤੇ ਪ੍ਰਥਮ ਮਸਜਿਦ ਕਿਹੜੀ ਹੈ? ਤਾਂ ਇਹ ਹੈ ਜੀ ਜਮਾਤ ਖਾਨਾ ਮਸਜਿਦ। ਭਾਰਤ ਵਿੱਚ ਪੂਰਨਤ ਇਸਲਾਮੀ ਪਰੰਪਰਾ ਦੇ ਅਨੁਸਾਰ ਤਾਂ ਇਸ ਦੇ ਆਧਾਰ 'ਤੇ ਪ੍ਰਥਮ ਮਸਜਿਦ ਹੈ ਜਿਹੜੀ ਜਮਾਤ ਖਾਨਾ ਮਸਜਿਦ ਹੈ। ਅਗਲਾ ਪ੍ਰਸ਼ਨ ਹੈ, ਅਕਬਰ ਨੇ ਅਬਦੁਲ ਰਹੀਮ ਨੂੰ ਖਾਨੇ ਖਾਨਾ ਦੀ ਉਪਾਧੀ ਕਿਸ ਉਪਲਬਧੀ ਕਾਰਨ ਜਿਹੜੀ ਪ੍ਰਦਾਨ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਗੁਜਰਾਤ ਦੇ ਵਿੱਚ 1584 ਈਸਵੀ ਵਿੱਚ ਹੋਏ ਵਿਦਰੋਹ ਨੂੰ ਸਫਲਤਾਪੂਰਵਕ ਦਬਾਉਣ ਦੇ ਉਦੇਸ਼ ਤੋਂ ਅਕਬਰ ਨੇ ਜਿਹੜਾ ਅਬਦੁਲ ਰਹੀਮ ਨੂੰ ਖਾਨੇ ਖਾਨਾ ਦੀ ਉਪਲਬਧੀ ਹੈ ਜਿਹੜੀ ਪ੍ਰਦਾਨ ਕੀਤੀ ਸੀ। ਅਗਲਾ ਪ੍ਰਸ਼ਨ ਹੈ, ਕਿਸ ਮੁਗਲ ਸਮਰਾਟ ਨੇ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਦਿੱਤੀ ਗਈ? ਤਾਂ ਇਹ ਦਿੱਤੀ ਸੀ ਜੀ ਜਹਾਂਗੀਰ ਨੇ। ਸੋ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਤਾਂ ਇਹਦੇ ਵਿੱਚ ਫਾਂਸੀ ਲਿਖਿਆ ਗਿਆ ਤਾਂ ਉਸ ਸਮੇਂ ਜਹਾਂਗੀਰ ਸੀਗੇ। ਧਰਤੀ 'ਤੇ ਜੇਕਰ ਸਵਰਗ ਹੈ ਤਾਂ ਇੱਥੇ ਹੈ, ਕਿਤੇ ਹੋਰ ਨਹੀਂ। ਇਹ ਪੰਕਤੀ ਭਾਰਤ ਦੀ ਕਿਸ ਇਤਿਹਾਸਕ ਇਮਾਰਤ ਦੇ ਵਿੱਚ ਲਿਖੀ ਗਈ ਹੈ? ਤਾਂ ਇਹ ਲਿਖੀ ਗਈ ਹੈ ਜੀ ਦੀਵਾਨੇ ਖਾਸ ਦਿੱਲੀ ਸਥਿਤ ਜਿਹੜਾ ਲਾਲ ਕਿਲ੍ਹਾ ਹੈ। ਦਿੱਲੀ ਦੇ ਵਿੱਚ ਲਾਲ ਕਿਲ੍ਹਾ ਹੈ ਅਤੇ ਉੱਥੇ ਦੀਵਾਨੇ ਖਾਸ ਹੈ ਜਿਹੜਾ, ਤਾਂ ਉੱਥੇ ਇਹ ਲਾਈਨ ਹੈ ਜਿਹੜੀ ਉਹ ਲਿਖੀ ਗਈ ਹੈ। ਚੇਤਕ ਨਾਮਕ ਪ੍ਰਸਿੱਧ ਇਤਿਹਾਸਕ ਘੋੜਾ ਕਿਸ ਰਾਜਪੂਤ ਰਾਜਾ ਦਾ ਸੀ? ਤਾਂ ਇਹ ਸੀਗਾ ਜੀ ਰਾਣਾ ਪ੍ਰਤਾਪ ਦਾ। ਅਗਲਾ ਪ੍ਰਸ਼ਨ ਹੈ, ਦਾਸ ਪ੍ਰਥਾ ਸੰਪੂਰਨ ਸਲਤਨਤ ਕਾਲ ਵਿੱਚ ਪ੍ਰਚਲਿਤ ਰਹੀ, ਪਰੰਤੂ ਸਭ ਤੋਂ ਵੱਧ ਕਿਸ ਸ਼ਾਸਕ ਦੇ ਕੋਲ ਦਾਸ ਸੀ? ਤੇ ਪੁੱਛਿਆ ਗਿਆ ਇਹਦੇ ਵਿੱਚ ਸਭ ਤੋਂ ਵੱਧ ਦਾਸ ਕਿਹੜੇ ਸ਼ਾਸਕ ਕੋਲ ਹੁੰਦੇ ਸੀਗੇ? ਤਾਂ ਇਹ ਸੀਗੇ ਜੀ ਫਿਰੋਜ਼ ਤੁਗਲਕ ਕੋਲੇ। ਅਤੇ ਦਾਸ ਪ੍ਰਥਾ ਸੀ ਜਿਹੜੀ ਸੰਪੂਰਨ ਸਲਤਨਤ ਕਾਲ ਦੇ ਵਿੱਚ ਇਹ ਪ੍ਰਚਲਿਤ ਸੀਗੀ ਅਤੇ ਸਭ ਤੋਂ ਵੱਧ ਦਾਸ ਸੀ ਜਿਹੜੇ ਫਿਰੋਜ਼ ਤੁਗਲਕ ਕੋਲ ਸੀਗੇ। ਅਗਲਾ ਪ੍ਰਸ਼ਨ ਹੈ, ਨਾਚ ਕਰਦੇ ਨਟਰਾਜ ਦੀ ਮੂਰਤੀ ਧਾਤੂ ਢਾਲਣ ਦੀ ਕਲਾ ਦੀ ਚਰਮ ਸੀਮਾ ਦਾ ਪ੍ਰਤੀਕ ਹੈ। ਇਹ ਕਿਸ ਦੇ ਕਾਲ ਵਿੱਚ ਹੋਇਆ ਸੀ? ਤਾਂ ਇਹ ਹੋਇਆ ਸੀਗਾ ਜੀ ਚੌਲ ਵੰਸ਼ ਦੇ ਕਾਲ ਵਿੱਚ। ਅਗਲਾ ਪ੍ਰਸ਼ਨ ਹੈ, ਸੰਨ 1565 ਵਿੱਚ ਕਿਸ ਸਥਾਨ 'ਤੇ ਹੋਏ ਯੁੱਧ ਦੇ ਬਾਅਦ ਵਿਜੇਨਗਰ ਸਾਮਰਾਜ ਦਾ ਪਤਨ ਹੋਇਆ ਸੀ? ਤਾਂ ਇਹ ਹੋਇਆ ਸੀਗਾ ਜੀ ਰਕਸੀ ਤੰਗੜੀ। ਇਸ ਸਥਾਨ 'ਤੇ ਜੋ ਯੁੱਧ ਹੋਇਆ ਸੀਗਾ 1565 ਦੇ ਵਿੱਚ, ਇਸ ਤੋਂ ਬਾਅਦ ਵਿਜੇਨਗਰ ਸਾਮਰਾਜ ਦਾ ਜਿਹੜਾ ਪਤਨ ਹੋਇਆ ਸੀਗਾ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਨੇ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।